ਅੱਛਾ, ਮੈਨੂੰ ਦੱਸੋ ਮੌਸੀਕੀ ਦੀਆਂ ਮੁxtਲਿਫ ਅਸਨਾਫ ਹੁੰਦੀਆਂ ਨੇ ਤੇ ਤੁਸੀਂ ਉਹਨਾਂ ਚੋਂ ਕਿਹੜੀਆਂ ਗਾਈਆਂ ਹੋਈਆਂ ਨੇ? ਸੋ ਮੈਂ ਕਾਫੀਆਂ ਬਹੁਤ ਸ਼ੌਕ ਨਾਲ ਗਾਈਆਂ ਜਿਹੜੀਆਂ ਅਸੀਂ ਕੰਪੋਜ਼ ਹੋਈਆਂ ਸਨ ਨਜਮ ਹੁਸੈਨ ਸੈਯਦ ਸਾਹਿਬ ਦੀ ਸੰਗਤ ਵਿੱਚ। ਠੀਕ ਹੈ। ਉਹ ਮੈਂ ਰਿਕਾਰਡ ਵੀ ਕੀਤੀਆਂ, ਬਹੁਤ ਥਾਵਾਂ ਤੇ ਪਰਫਾਰਮ ਵੀ ਕੀਤੀਆਂ, ਔਰ ਲੋਕ ਗੀਤ ਤੇ ਮੈਂ ਗਾਉਂਦੀ ਆਈ ਹਾਂ। ਕਲਾਸੀਕਲ ਵਿੱਚ ਮੈਂ ਪਿਛਲੇ ਸਾਲਾਂ ਵਿੱਚ ਖਿਆਲ ਔਰ ਠੁਮਰੀ ਵੀ ਗਾਈ ਹੈ। ਸਹੀ ਹੈ। ਵੈਸੇ ਬਾਕਾਇਦਾ ਮੈਂ ਸਭ ਤੋਂ ਜਿਹੜਾ ਸਮਝਨੀ ਆ ਕਿ ਮੈਂ ਜੋ ਪ੍ਰੋਪਰ ਅਦਾ ਕਰ ਸਕਦੀ ਹਾਂ ਉਹ ਧੁਰਪਤ ਹੈ। ਸਹੀ, ਧੁਰਪਤ ਹੈ। ਲੇਕਿਨ ਖਿਆਲ ਵਿੱਚ ਮੇਰਾ ਬਹੁਤ ਇੰਟਰਸਟ ਹੁਣ ਡਿਵੈਲਪ ਹੋ ਗਿਆ ਹੋਇਆ ਤੇ ਮੈਂ ਕਰ ਰਹੀ ਹਾਂ ਥੋੜਾ ਪਰਫਾਰਮੈਂਸ। ਤੇ ਸੌਖਾ ਹੁੰਦਾ ਹੈ ਕਿ ਮਤਲਬ ਤੁਸੀਂ ਕਿਹਾ ਕਿ ਜਿਹੜਾ ਧੁਰਪਤ ਹੈ ਇੱਕ ਕਦੀਮੀ ਹੈ ਔਰ ਸਾਰੀਆਂ ਚੀਜ਼ਾਂ ਹੈ, ਤੇ ਜਦੋਂ ਅਸੀਂ ਕਲਾਸਿਕ ਪੂਰੇ ਸਾਡੇ ਉਹਦੇ ਤੇ ਕਹਿ ਲਓ ਕਿ ਗ੍ਰਿਪ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਖਿਆਲ ਗਾਣਾ ਆਸਾਨ ਨਹੀਂ ਹੋ ਜਾਂਦਾ? ਇੱਕ ਮੁxtਲਿਫ ਦੁਨੀਆ ਮੈਂ ਤੇ ਇਹ ਫੀਲ ਕੀਤਾ ਹੈ ਕਿ ਉਸਤਾਦ ਜਿਹੜੇ ਨੇ ਉਹ ਇਹ ਵੀ ਕਹਿੰਦੇ ਨੇ ਕਿ ਬੇਸ਼ੱਕ ਮੈਂ ਧੁਰਪਤ ਹੀ ਸਿੱਖ ਰਹੀ ਹਾਂ ਜੇਕਰ ਅਗਰ ਮੈਂ ਇੱਕ ਉਸਤਾਦ ਕੋਲੋਂ ਸਿੱਖ ਰਹੀ ਹਾਂ ਤੇ ਉਹ ਫੀਲ ਕਰਦੇ ਨੇ ਦੂਜਾ ਉਸਤਾਦ ਜਦੋਂ ਮੈਂ ਉਹਨਾਂ ਕੋਲ ਜਾਵਾਂ ਕਿ ਤੁਸੀਂ ਉਹ ਸਾਰਾ ਜਿਹੜਾ ਹੈ ਉਹ ਜ਼ੀਰੋ ਕਰ ਦਿਓ, ਤੁਸੀਂ ਦੁਬਾਰਾ ਤੋਂ ਸ਼ੁਰੂ ਕਰੋ। ਠੀਕ ਹੈ। ਫੰਡਾਮੈਂਟਲਸ ਤੋਂ, ਕਿਉਂਕਿ ਹਰ ਉਸਤਾਦ ਦਾ ਇੱਕ ਆਪਣਾ ਤਰੀਕਾ ਹੁੰਦਾ ਜਿਸ ਤਰ੍ਹਾਂ ਉਹਨਾਂ ਨੇ ਸਿੱਖਿਆ ਹੁੰਦਾ ਜਿਹਦੇ ਤੇ ਉਹਨਾਂ ਨੂੰ ਅਬੂਰ ਹੁੰਦਾ ਹੈ ਹਾਸਿਲ, ਤੇ ਉਹ ਉਹੀ ਕਨਵੇ ਕਰ ਸਕਦੇ ਨੇ ਜਿੰਨੀ ਕੁ ਸਮਝ ਉਹਨਾਂ ਨੂੰ ਆਈ ਹੈ, ਜਿਸ ਤਰੀਕੇ ਨਾਲ ਸਮਝ ਆਈ ਹੈ। ਤੇ ਉਹ ਉਸਤਾਦ ਨਾਲ ਵੀ ਜ਼ਿਆਦਤੀ ਹੁੰਦੀ ਹੈ ਕਿ ਅਸੀਂ ਆਪਣਾ ਹੀ ਸਟਾਈਲ ਕੰਟੀਨਿਊ ਰੱਖੀਏ, ਜੋ ਉਹਨਾਂ ਨੂੰ ਸਮਝ ਆ ਰਹੀ ਹੈ ਫਿਰ ਤੁਹਾਨੂੰ ਉਹਨਾਂ ਦੇ ਅੱਗੇ ਇਸ ਤਰ੍ਹਾਂ ਮਤਲਬ ਐਗਰੀ ਕਰਨਾ ਹੀ ਪੈਂਦਾ ਹੈ। ਮੇਰੀ ਐਕਸਪੀਰੀਅੰਸ ਵਿੱਚ ਹੁਣ ਇਹੀ ਹੋਇਆ। ਪਹਿਲਾਂ ਮੈਨੂੰ ਨਹੀਂ ਸਮਝ ਆਉਂਦੀ ਸੀ ਇਹ ਗੱਲ, ਜੇਕਨ ਉਸਤਾਦ ਹੋਰਾਂ ਨੇ ਕਿਹਾ ਕਿ ਤੁਸੀਂ ਇਹ ਕਾਫੀਆਂ ਵੀ ਜਿਹੜੀਆਂ ਨੇ ਹੁਣ ਨਾ ਗਾਓ ਕੁਝ ਅਰਸਾ, ਤੁਸੀਂ ਸਿਰਫ ਇਹ ਧੁਰਪਤ ਕਰੋ, ਤਾਂ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਸੀ, ਬਲਕਿ ਮੈਂ ਉਹਨਾਂ ਨਾਲ ਐਗਰੀ ਵੀ ਨਹੀਂ ਕੀਤਾ। ਮੈਂ ਕਿਹਾ ਬਹੁਤ ਮਾਫੀ ਹੈ ਉਸਤਾਦ ਜੀ, ਲੇਕਿਨ ਮੈਂ ਛੱਡ ਨਹੀਂ ਸਕਦੀ, ਮੈਨੂੰ ਇਸ਼ਕ ਹੈ ਪੰਜਾਬੀ ਕਲਾਮ ਜਿਹੜਾ ਮੈਂ ਪੜ੍ਹਨੀ ਆ ਔਰ ਮੈਂ ਗਾਉਂਦੀ ਹਾਂ, ਇਹ ਤੇ ਮੈਂ ਦਿਨ ਰਾਤ ਗਾਉਂਦੀ ਹੀ ਰਹਿੰਦੀ ਹਾਂ। ਬਿਲਕੁਲ ਸਹੀ। ਤੇ ਇਹ ਵੀ ਇਬਾਦਤ ਹੈ ਮੇਰੇ ਲਈ ਕਲਾਸਿਕ ਸੁਰ ਵੀ ਉਹ ਦਰਜਾ ਸਾਡੀ ਤਹਿਜ਼ੀਬ ਵਿੱਚ ਰੱਖਦਾ ਹੈ, ਔਰ ਉਹ ਉਸਤਾਦ ਲਈ ਆਪ ਵੀ ਇਹ ਇਬਾਦਤ ਦਾ ਹੀ ਦਰਜਾ ਸੀ ਉਹਨਾਂ ਲਈ ਮਿਊਜ਼ਿਕ ਦਾ। ਲੇਕਿਨ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਅਗਰ ਸਿੱਖਣਾ ਹੈ ਤੇ ਅਸੀਂ ਜੋ ਰਿਆਜ਼ਤ ਕਰਾਂਗੇ ਉਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਸਿਰਫ ਉਸੇ ਅੰਦਾਜ਼ ਵਿੱਚ ਰਿਆਜ਼ਤ ਕਰੋ ਕੁਝ ਅਰਸਾ, 6 ਮਾਹ ਲੈਟਸ ਸੇ, ਮਤਲਬ ਉਹਨਾਂ ਨੇ ਟਾਈਮ ਫਰੇਮ ਵੀ ਦੱਸਿਆ ਕਿ 6 ਮਾਹ ਤੁਸੀਂ ਇਹ ਨਾ ਕਰੋ। ਤੇ ਹੋਰ ਉਸਤਾਦ ਵੀ ਕਹਿੰਦੇ ਨੇ ਜਿਹੜੇ ਮਿਕਸ ਹੋ ਜਾਂਦੀਆਂ ਨੇ, ਤੁਸੀਂ ਕਨਫਿਊਜ਼ ਹੋ ਜਾਂਦੇ ਹੋ। ਉਹਨਾਂ ਨੇ ਜਿਸ ਅੰਦਾਜ਼ ਨਾਲ ਤੁਹਾਨੂੰ ਜਿੱਥੇ ਪਹੁੰਚਾਉਣਾ ਹੈ, ਜੋ ਅਦਾਇਗੀ ਕਰਵਾਉਣੀ ਹੈ, ਉਹ ਉਹਦੇ ਥਰੂ ਜਾ ਕੇ ਹੀ ਆਉਂਦੀ ਹੈ। ਲੇਕਿਨ ਜਦੋਂ ਮੈਂ ਇਹ ਕਿਹਾ ਕਿ ਮੈਂ ਛੱਡ ਨਹੀਂ ਸਕਦੀ, ਇਸ ਤਰ੍ਹਾਂ ਹੀ ਹੈ ਕਿ ਮੇਰੇ ਲਈ ਇਹ ਇਬਾਦਤ ਹੈ, ਤੇ ਉਹਨਾਂ ਕਿਹਾ ਫਿਰ ਮੈਂ ਦੁਆ ਕਰਾਂਗਾ ਤੁਹਾਡੇ ਲਈ। ਉਹਨਾਂ ਨੇ ਇਨਕਾਰ ਨਹੀਂ ਕੀਤਾ, ਕਿਉਂਕਿ ਮੈਂ ਵੀ ਇਨਕਾਰ ਨਹੀਂ ਕੀਤਾ। ਮੈਂ ਕਿਹਾ ਮੈਂ ਉਸਤਾਦ ਜੀ ਤੁਹਾਨੂੰ ਨਹੀਂ ਮੈਂ ਛੱਡਣਾ, ਤੁਸੀਂ ਮੈਨੂੰ ਕਰਾਓ, ਲੇਕਿਨ ਮੈਂ ਕੀ ਕਰਾਂ, ਮੈਂ ਇਹ ਛੱਡ ਨਹੀਂ ਸਕਦੀ। ਉਹਨਾਂ ਕਿਹਾ ਫਿਰ ਮੈਂ ਦੁਆ ਕਰਨਾ, ਔਰ ਆਪਣੇ ਬੇਟੇ ਨੂੰ ਵੀ ਕਿਹਾ ਕਿ ਇਹਦੀ ਕਮਿਟਮੈਂਟ ਵੇਖ ਤੂੰ, ਤੇ ਜਿਹੜਾ ਕੰਮ ਕਰੋ ਫਿਰ ਅਸਰ ਵੀ ਲੈ ਕੇ ਆ ਰਹੀ ਹੈ। ਤੇ ਫਿਰ ਉਹਨਾਂ ਨੇ ਮੈਨੂੰ ਉਹਦੇ ਬਾਅਦ ਕਦੀ ਪੁੱਛਿਆ ਵੀ ਨਹੀਂ ਕਿ ਤੂੰ ਬਾਕੀ ਟਾਈਮ ਕੀ ਗਾਨੀ ਹੈ, ਕਰਨੀ ਹੈ। ਉਹਨਾਂ ਕਿਹਾ ਇਹ ਜਿਹੜੀ ਮੈਂ ਰਿਆਜ਼ਤ ਕਰਾ ਰਿਹਾ ਇਹ ਤੂੰ ਕਰਨੀ ਹੈ ਲਾਜ਼ਮੀ। ਉਹ ਮੈਂ ਕਰਦੀ ਸਾਂ, ਜੋ ਹਫਤੇ 'ਚ ਉਹ ਸਿਖਾਉਂਦੇ ਸਨ, ਮੈਂ ਰਿਕਾਰਡ ਵੀ ਕਰਦੀ ਸਾਂ ਜ਼ਰੂਰ। ਅੱਛਾ, ਤੁਸੀਂ ਕਾਫੀ ਬਹੁਤ ਜ਼ਿਆਦਾ ਗਾਈਆਂ ਨੇ ਔਰ ਇਸ ਤੋਂ ਇਲਾਵਾ ਉਹਨਾਂ ਦੀਆਂ ਧੁਨਾਂ ਵੀ ਬਣਾਈਆਂ ਨੇ, ਤੇ ਮੈਨੂੰ ਦੱਸੋ ਕਿਹੜੇ ਐਸੇ ਸਾਡੇ ਸੂਫੀ ਸ਼ਾਇਰ ਨੇ ਜਿਨ੍ਹਾਂ ਨੇ ਤੁਹਾਡੇ ਤੇ ਜਿਹੜਾ ਆਪਣਾ ਗਹਿਰਾ ਅਸਰ ਛੱਡਿਆ? ਜਿਹੜੇ ਸਾਡੇ ਵੱਡੇ ਸ਼ਾਇਰ ਨੇ ਪੰਜਾਬ ਦੇ, ਉਹ ਤੇ ਸਾਰੇ ਹੀ ਬਹੁਤ ਮੁਸ਼ਕਿਲ ਹੈ ਕਹਿਣਾ ਕਿ ਮੇਰਾ ਫੇਵਰੇਟ ਕੌਣ ਹੈ, ਕਿਉਂਕਿ ਹਰ ਇੱਕ ਦਾ ਕਲਾਮ ਐਸਾ ਮੈਨੂੰ ਮੁਤਾਸਿਰ ਕਰਦਾ ਹੈ ਕਿ ਮੈਂ ਸਾਰਿਆਂ ਨੂੰ ਹੀ ਗਾਇਆ ਵੀ ਔਰ ਰਿਕਾਰਡ ਵੀ ਕੀਤਾ। ਸੋ ਸ਼ਾਹ ਹੁਸੈਨ ਜਿਹੜੇ ਨੇ, ਮੈਂ ਸਭ ਤੋਂ ਪਹਿਲੀ ਵਾਰ ਜਦੋਂ ਮੁਤਾਸਿਰ ਹੋਈ ਸਾਂ ਕਿ ਨਜਮ ਹੁਸੈਨ ਸੈਯਦ ਦੀ ਸੰਗਤ ਦੀ ਰਿਕਾਰਡਿੰਗ ਦੀ ਇੱਕ ਕੈਸਟ ਸਾਡੇ ਕੋਲ ਆਈ ਸੀ। ਮੈਂ ਉਦੋਂ ਕਦੀ ਆਪਣੇ ਅੱਬਾ ਦੇ ਨਾਲ ਗਈ ਨਹੀਂ ਸਾਂ ਸੰਗਤ ਜਿੱਥੇ ਇਹ ਲੋਕ ਪੜ੍ਹਦੇ ਸਨ, ਤੇ ਉਹ ਬੁੱਲੇ ਸ਼ਾਹ ਦਾ ਕਲਾਮ ਔਰ ਉਹਦੇ ਸ਼ਾਹ ਹੁਸੈਨ ਦਾ ਕਲਾਮ ਸੀ ਰਿਕਾਰਡਡ, ਕੁਝ ਕਾਫੀਆਂ ਜਿਹੜੀਆਂ ਕੰਪੋਜ਼ ਹੋਈਆਂ ਸਨ, ਔਰ ਸਮੀਨਾ ਹਸਨ ਸੈਯਦ, ਮਿਸਿਸ ਨਜਮ ਹੁਸੈਨ ਸੈਯਦ ਜਿਹੜੇ ਨੇ ਉਹ, ਔਰ ਤਾਹਿਰ ਯਾਸੂਬ ਸਾਹਿਬ ਸਨ, ਬਹੁਤ ਸੁਰੀਲਾ ਗਾਉਂਦੇ ਸਨ ਔਰ ਬੜੇ ਰੂਹਦਾਰ ਗਾਣਾ ਸੀ ਉਹਨਾਂ ਦਾ। ਉਹ ਕੈਸਟ ਮੈਂ ਸੁਣੀ ਤੇ ਮੈਂ ਤੇ ਉਹ ਮੁਸਲਸਲ ਸੁਣਦੀ ਰਹੀ, ਕਈ ਦਿਨ ਮੈਂ ਉਹ ਕੈਸਟ ਸੁਣਦੀ ਰਹੀ। ਉਹਨੇ ਮੇਰੇ ਤੇ, ਔਰ ਸਾਡੇ ਹੋਰ ਵੀ ਕੁਝ ਜਾਣਨ ਵਾਲੇ ਨੇ ਜਿਨ੍ਹਾਂ ਨੇ ਕਿਹਾ ਕਿ ਸਾਨੂੰ ਇੰਟਰੋਡਕਸ਼ਨ ਹੀ ਸਾਡੇ ਜਿਹੜੇ ਕਲਾਸਿਕ ਪੋਇਟਸ ਨੇ ਉਹਨਾਂ ਦੀ ਇਸ ਕੈਸਟ ਦੀ ਵਜ੍ਹਾ ਤੋਂ ਹੋਈ ਹੈ। ਉਹ ਕੈਸਟ ਦੀਆਂ ਕਈ ਕਾਪੀਆਂ ਬਣੀਆਂ ਔਰ ਜਿੱਥੇ ਜਿੱਥੇ ਉਹ ਪਹੁੰਚੀ ਲੋਕ ਮੁਤਾਸਿਰ ਹੋਏ, ਕਿਉਂਕਿ ਸਾਨੂੰ ਇਹ ਕਲਾਮ ਸੁਣਨ ਨੂੰ ਹੁਣ ਨਹੀਂ ਮਿਲਦਾ ਸੀ। ਹੁਣ ਤੇ ਦੁਬਾਰਾ ਮਿਲਦਾ ਹੈ,
ਮੈਂ 70s 80s ਦੀ ਗੱਲ ਕਰ ਰਹੀ ਹਾਂ। ਬਿਲਕੁਲ ਸਹੀ, ਬਿਲਕੁਲ ਉਦੋਂ ਬਸ ਇੱਕ ਹਾਮਿਦ ਅਲੀ ਬੇਲਾ ਸਾਹਿਬ ਦੀ ਕੈਸੇਟ ਸੀ, ਉਹ ਮੇਰੇ ਦਾਦੀ ਬੜੇ ਸ਼ੌਕ ਨਾਲ ਸੁਣਦੇ ਸਨ। ਅੱਛਾ। ਇੱਕ ਕੈਸੇਟ ਅੱਬੂ ਲੈ ਕੇ ਆਏ ਹਾਮਿਦ ਅਲੀ ਬੇਲਾ ਦੀ, ਹੈ ਮੈਨੂੰ ਯਾਦ ਹੈ ਕਲੀਅਰਲੀ ਕਿ ਉਹਨਾਂ ਦੇ ਆਖਰੀ ਸਾਲ ਸੀ, ਬਲਕਿ ਉਹ ਲਾਹੌਰ ਆਏ ਸਨ ਪਿੰਡ ਤੋਂ, ਉਹ ਵੈਸੇ ਗੁਜਰਾਤ ਦੇ ਲਾਗੇ ਅੱਬੂ ਦਾ ਪਿੰਡ ਹੈ, ਉੱਥੇ ਰਹਿੰਦੇ ਸਨ। ਅਤੇ ਉਹ ਕਿਉਂਕਿ ਹਸਪੀਟਲ ਜਾਣਾ ਆਉਣਾ, ਉਹਨਾਂ ਦੇ ਚੈੱਕਅਪਸ ਵਗੈਰਾ ਹੋ ਰਹੇ ਸਨ, ਸਾਡੇ ਨਾਲ ਰਹਿ ਰਹੇ ਸਨ। ਅਤੇ ਉਹ ਮੈਂ ਵੀ ਕਦੀ ਕਦੀ ਉਹ ਸੁਣਦੀ ਸਾਂ ਕੈਸੇਟ, ਮੈਨੂੰ ਪਸੰਦ ਸੀ, ਮੈਨੂੰ ਪੂਰੇ ਉਹ ਬੋਲੀ ਸਮਝ ਨਹੀਂ ਆਉਂਦੀ ਸੀ ਕਿਉਂਕਿ ਅਸੀਂ ਸਕੂਲਾਂ 'ਚ ਅੰਗਰੇਜ਼ੀ ਉਰਦੂ ਪੜ੍ਹ ਰਹੇ ਸਾਂ, ਅਤੇ ਨਾ ਕਦੀ ਅੱਬੂ ਨੇ ਫੋਰਸ ਕੀਤਾ ਸੀ ਉਦੋਂ ਤਾਈਂ। ਬਾਅਦ ਵਿੱਚ ਤੇ ਉਹ ਜਦੋਂ ਉਹਨੇ ਮੇਰਾ ਇੰਟਰਸਟ ਵੇਖਿਆ ਫਿਰ ਉਹ ਫੋਰਸ ਵੀ ਕਰਦੇ ਸਨ ਕਿ ਤੂੰ ਕਿਉਂ ਨਾਗਾ ਕਰ ਰਹੀ ਹੈ, ਅਗਰ ਕਰਨਾ ਹੈ ਤਾਂ ਬਕਾਇਦੇ ਲਾਈਫ। ਮੈਂ ਪਹਿਲਾਂ ਵੀ ਸ਼ਾਇਦ ਜ਼ਿਕਰ ਕੀਤਾ ਸੀ ਕਿ ਮੇਰੇ ਪੇਰੈਂਟਸ ਕਹਿੰਦੇ ਸਨ ਕਿ ਜੋ ਵੀ ਕਰੋ ਕਮਿਟਮੈਂਟ ਨਾਲ ਕਰੋ। ਹੈ ਬੜੇ ਉਹ ਸਿੰਸੀਅਰ ਲੋਕ ਸਨ। ਮੈਂ ਆਪਣੇ ਆਪ ਨੂੰ ਅਜੇ ਇੰਨਾ ਸਿੰਸੀਅਰ ਨਹੀਂ ਸਮਝਦੀ ਜਿੰਨੇ ਮੇਰੇ ਪੇਰੈਂਟਸ ਸਨ। ਮੈਂ ਬੜੀ ਫੋਰਚੂਨੇਟ ਹਾਂ ਉਸ ਤਰ੍ਹਾਂ ਕਿ ਇੰਸਪੀਰੇਸ਼ਨ ਸੀ। ਕਿਹੜਾ ਕਲਾਮ ਤੁਹਾਨੂੰ ਮਾਧੋ ਲਾਲ ਹੁਸੈਨ ਦਾ ਕਲਾਮ ਜਿਹੜਾ ਹੈ ਨਾ, ਪਹਿਲੀ ਵਾਰ ਤੇ ਹਾਮਿਦ ਅਲੀ ਬੇਲਾ ਸਾਹਿਬ ਦਾ ਵੀ ਮੁਤਾਸਰ ਕੀਤਾ, ਲੇਕਿਨ ਮੈਂ ਇੰਨਾ ਜ਼ਿਆਦਾ ਨਹੀਂ ਸੁਣਿਆ। ਮੈਨੂੰ ਸਿਰਫ ਇਹ ਪਤਾ ਸੀ ਕਿ ਦਾਦੀ ਹੋਰੀ ਬੜੇ ਖੁਸ਼ ਹੁੰਦੇ ਨੇ ਕਿ ਅੰਸਰ ਦੁਬਾਰਾ ਲਾ, ਇਹ ਵਾਲੀ ਦੁਬਾਰਾ ਲਾ, ਤੇ ਬੜੇ ਸ਼ੌਕ ਨਾਲ ਸੁਣਦੇ ਸਨ। ਮੇਰੀ ਅੰਮੀ ਵੀ ਸ਼ੌਕ ਨਾਲ ਕੋਈ ਸਾਨੂੰ ਉਹਦੇ ਚ ਥੋੜਾ ਜਿਹਾ ਇੱਕ ਦੋ ਉਹਨਾਂ ਨੂੰ ਜ਼ਾਹਿਰ ਹੈ ਮਾਏ ਨੂੰ ਮੈਂ ਕਿਹਨੂੰ ਆਖਾਂ ਬਹੁਤ ਸਭ ਨੂੰ ਹੀ ਲੱਗਦਾ ਹੈ ਆ ਕੇ, ਤੇ ਉਹਨਾਂ ਨੂੰ ਉਹ ਬਹੁਤ ਪਸੰਦ ਸੀ ਕਾਫੀ। ਥੋੜਾ ਜਿਹਾ ਗੁਨਗੁਨਾਓ। ਹਾਂ, ਉਹ ਹਾਮਿਦ ਅਲੀ ਬੇਲਾ ਸਾਹਿਬ ਦੀ ਤਰ੍ਹਾਂ ਸੀ ਜਿਹੜੀ ਜ਼ਾਹਿਰ ਹੈ ਬਹੁਤ ਮਸ਼ਹੂਰ ਵੀ ਹੋਈ ਬਾਅਦ ਵਿੱਚ। ਮਾਏ ਨੀ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਨੀ, ਮਾਏ ਨੀ ਮੈਂ ਕਿਹਨੂੰ ਆਖਾਂ। ਕਿਆ ਬਾਤ ਹੈ, ਕਿਆ ਬਾਤ ਹੈ। ਤੇ ਇਹ ਉਹ ਬੜੇ ਸ਼ੌਕ ਨਾਲ ਸੁਣਦੇ ਸਨ। ਮੈਨੂੰ ਵੀ ਇਹ ਕਾਫੀ ਬੜੀ ਪਸੰਦ ਸੀ। ਫਿਰ ਅਸੀਂ ਵਤਨਾ ਦੁਨੀਆ ਆਵਣਾ ਕੁਝ, ਕਿਉਂਕਿ ਸਮਝ ਵੀ ਆਉਂਦੀ ਸੀ ਇਹਨਾਂ ਕਾਫੀਆਂ ਦੀ, ਤੇ ਪਸੰਦ ਸਨ। ਲੇਕਿਨ ਅਸੀਂ ਆਪਣੀ ਪੜ੍ਹਾਈਆਂ ਵਿੱਚ ਉਦੋਂ ਮਸਰੂਫ ਸਾਂ, ਕਾਲਜ ਸਕੂਲ ਵਿੱਚ ਬਕਾਇਦਾ ਮਿਊਜ਼ਿਕ ਮੈਂ ਸਿੱਖ ਵੀ ਨਹੀਂ ਰਹੀ ਸਾਂ। ਤੇ ਬੁੱਲੇ ਸ਼ਾਹ ਔਰ ਸ਼ਾਹ ਹੁਸੈਨ ਦੀ ਕੈਸੇਟ ਜਦੋਂ ਸਾਡੇ ਕੋਲ ਆਪਣੀ ਸੰਗਤ ਦੀ ਅੱਬੂ ਲੈ ਕੇ ਆਏ, ਤੇ ਉਹਨਾਂ ਨੂੰ ਮੈਂ ਪੁੱਛਣਾ ਸ਼ੁਰੂ ਕੀਤਾ, ਮੈਂ ਕਿਹਾ ਇਹ ਕੀ ਹੈ ਇਹ ਕਲਾਮ ਜਿਹੜਾ ਹੈ। ਤੇ ਉਹਨਾਂ ਨੇ ਫਿਰ ਸਾਨੂੰ ਸਾਰੀਆਂ ਕਾਫੀਆਂ ਉਹ ਪੜ੍ਹ ਕੇ, ਅੱਬੂ ਆਪ ਸ਼ਾਇਰ ਸਨ ਕਿਉਂਕਿ ਪੰਜਾਬੀ ਦੇ, ਔਰ ਜ਼ਾਹਿਰ ਉਹ ਲਿਖਾਰੀ ਸਨ, ਸ਼ਾਰਟ ਸਟੋਰੀ ਰਾਈਟਰ ਪੰਜਾਬੀ ਦੇ। ਉਹਨਾਂ ਸਾਲਾਂ 'ਚ ਉਹਨਾਂ ਨੇ ਲਿਖਣਾ ਸ਼ੁਰੂ ਕਰ ਦਿੱਤਾ ਸੀ, ਔਰ ਉਹਨਾਂ ਨੇ ਫਿਰ ਬਕਾਇਦਾ ਸਾਨੂੰ ਪੜ੍ਹਾਉਣਾ ਬੜੇ ਸ਼ੌਕ ਨਾਲ ਪੜ੍ਹਾਉਣਾ ਸ਼ੁਰੂ ਕੀਤਾ। ਉਸ ਤੋਂ ਪਹਿਲਾਂ ਉਹਨਾਂ ਨੂੰ ਲੱਗਦਾ ਸੀ ਕਿ ਇਹ ਬੱਚਿਆਂ ਨੂੰ ਇੰਟਰਸਟ ਨਹੀਂ ਹੈ। ਉਹਨਾਂ ਦਾ ਇਹ ਸੀ ਕਿ ਕਦੀ ਉਹਨਾਂ ਨੇ ਫੋਰਸ ਨਹੀਂ ਕੀਤਾ ਸੀ ਸਾਨੂੰ, ਲੇਕਿਨ ਅਗਰ ਇੰਟਰਸਟ ਵੇਖਦੇ ਸਨ ਤੇ ਫਿਰ ਜ਼ਰੂਰ ਇਨਕਰੇਜ ਕਰਦੇ ਸਨ। ਸੋ ਮਾਧੋ ਲਾਲ ਹੁਸੈਨ ਦੀ ਬਹੁਤ ਸਾਰੀਆਂ ਕਾਫੀਆਂ ਨੇ, ਲੇਕਿਨ ਇੱਕ ਕਾਫੀ ਹੈ ਜਾਗ ਨਾ ਲੱਧੀ ਆ, ਸੁਣ ਜਿੰਦ ਹੱਬੋ ਵਿਹਾਣੀ ਰਾਤ। ਇਹ ਜਦੋਂ ਮੈਂ ਪੜ੍ਹੀ ਔਰ ਮੈਨੂੰ ਉਹਦਾ ਮਫਹੂਮ ਸਮਝ ਆਇਆ, ਉਹ ਮੈਨੂੰ ਬਹੁਤ ਇੰਸਪਾਇਰ ਕਰਦੀ। ਉਹ ਮੇਰੀ ਬਹੁਤ ਜ਼ਿਆਦਾ, ਉਹਨਾਂ ਦਾ ਕਲਾਮ ਕਈ ਕਾਫੀਆਂ ਨੇ ਜਿਹੜੀਆਂ ਬਹੁਤ ਇੰਸਪਾਇਰ ਕਰਦੀਆਂ ਨੇ। ਅੱਛਾ, ਪੰਜਾਬੀ, ਉਰਦੂ, ਹਿੰਦੀ ਤਮਾਮ ਤੁਸੀਂ ਇਹ ਗਾਈਆਂ ਹੈ ਨੇ, ਤੇ ਤੁਹਾਨੂੰ ਇਹਦੇ ਵਿੱਚ ਜਿਹੜਾ ਸ਼ਾਇਰੀ ਗਾਉਂਦੇ ਹੋਏ ਕਿਹੜੇ 'ਚ ਜ਼ਿਆਦਾ ਕੁਰਬਤ ਦਾ ਅਹਿਸਾਸ ਹੋਇਆ? ਡੈਫੀਨੇਟਲੀ ਪੰਜਾਬੀ ਸਭ ਤੋਂ ਜ਼ਿਆਦਾ, ਔਰ ਮੈਨੂੰ ਸਭ ਤੋਂ ਜ਼ਿਆਦਾ ਇਹ ਮਹਿਸੂਸ ਵੀ ਹੁੰਦਾ ਹੈ, ਕਮੀ ਵੀ ਮਹਿਸੂਸ ਹੁੰਦੀ ਹੈ ਕਿ ਅਸੀਂ ਬਚਪਨ ਵਿੱਚ ਕਿਉਂ ਨਹੀਂ ਬੋਲੀ ਪੰਜਾਬੀ, ਕਿਉਂ ਨਹੀਂ ਪੜ੍ਹੀ। ਕਿਉਂਕਿ ਹੁਣ ਬਕਾਇਦਾ ਸਿੱਖ ਕੇ ਸਾਨੂੰ ਪੰਜਾਬੀ ਜਿਹੜੀ ਹੈ, ਕਿਉਂਕਿ ਜ਼ੁਬਾਨ ਨਾਲ ਇਸ਼ਕ ਹੋ ਗਿਆ ਉਸ ਕਲਾਮ ਦੀ ਵਜ੍ਹਾ ਤੋਂ। ਵੈਸੇ ਤੇ ਹੁਣ ਲੋਕੀ ਜਿਹੜੇ ਅੱਛੀ ਪੰਜਾਬੀ ਬੋਲਣ ਵਾਲੇ ਨੇ, ਜਿੱਥੇ ਜਿੱਥੇ ਵੀ ਜਿਹੜਾ ਵੀ ਡਾਇਲੈਕਟ ਹੈ, ਉਹ ਵੀ ਮੈਂ ਉਨੇ ਹੀ ਸ਼ੌਕ ਨਾਲ ਸੁਣਨੀ ਆ ਜਿੰਨੇ ਸ਼ੌਕ ਨਾਲ ਮੈਂ ਕਲਾਮ ਅੱਛਾ ਕਲਾਮ ਜਿਹੜਾ ਉਹ ਸੁਣਨੀ। ਕਿਸੇ ਕੋਲ ਵੀ ਅਗਰ ਅੱਛੀ ਢੰਗ ਨਾਲ ਕੋਈ ਆਪਣੀ ਜ਼ੁਬਾਨ ਬੋਲ ਸਕਦਾ ਹੈ ਨਾ, ਉਹ ਮੈਨੂੰ ਬਹੁਤ ਮੁਤਾਸਿਰ ਕਰਦੀ ਹੈ। ਤੇ ਮੈਨੂੰ ਲੱਗਦਾ ਹੈ ਉਹ ਇਸ਼ਕ ਜਿਹੜਾ ਜ਼ੁਬਾਨ ਨਾਲ, ਉਹ ਇਹਨਾਂ ਸ਼ਾਇਰਾਂ ਦੀ ਵਜ੍ਹਾ ਤੋਂ ਆਇਆ ਕਿ ਇੰਨੀ ਖੂਬਸੂਰਤ ਉਹਨਾਂ ਨੇ ਇਸ ਤਰ੍ਹਾਂ ਕਲਾਮ ਜਿਹੜਾ ਹੈ ਉਹ ਲਿਖਿਆ ਹੈ। ਮਤਲਬ ਰੋ ਪੈਂਦੇ ਹਾਂ ਅਸੀਂ ਸਾਰੇ ਲੋਕ ਹੀ, ਜਿਹੜਾ ਜ਼ਿਆਦਾ ਅਸਰ ਕਰਦਾ ਹੈ। ਔਰ ਮੈਨੂੰ ਇਹ ਫੀਲ ਹੁੰਦਾ ਹੈ ਕਈ ਵਾਰੀ ਕਿ ਗਾਣ ਵੇਲੇ ਵੀ ਇੰਨਾ ਜ਼ਿਆਦਾ ਉਹ ਅਸਰ ਕਰ ਰਿਹਾ ਹੁੰਦਾ ਹੈ ਕਿ ਗਾਣਾ ਛੱਡਣਾ ਪੈਂਦਾ ਹੈ, ਕਿ ਤੁਹਾਨੂੰ ਬਕਾਇਦਾ ਮਤਲਬ ਇੰਨਾ ਜ਼ਿਆਦਾ ਉਹਦੇ ਵਿੱਚ ਤੁਸੀਂ ਗੁੰਮ ਹੋ ਜਾਂਦੇ ਹੋ। ਮੈਂ ਆਪ ਗੁੰਮ ਹੋ ਜਾਨੀ, ਮੇਰੇ ਤੇ ਬਹੁਤ ਅਸਰ ਕਰਦਾ। ਅੱਛਾ, ਪੰਜਾਬੀ ਜ਼ੁਬਾਨ ਦੀ ਅਸੀਂ ਗੱਲ ਕਰੀਏ ਤੇ ਅਮੂਮਨ ਇਹ ਹੁੰਦਾ ਹੈ ਕਿ ਵੈਸੇ ਤਾਂ ਸਾਰੀਆਂ ਜ਼ੁਬਾਨਾਂ ਬੋਲਣੀਆਂ ਚਾਹੀਦੀਆਂ, ਵਿੱਚ ਕੋਈ ਹਰਜ ਨਹੀਂ ਹੈ, ਲੇਕਿਨ ਤੁਹਾਨੂੰ ਲੱਗਦਾ ਕਿ ਪੰਜਾਬੀ ਸ਼ਾਇਦ ਉਸ ਤਰ੍ਹਾਂ ਇਸ ਕਾਜ਼ ਦੇ ਨਾਲ ਨਹੀਂ ਜੁੜੇ ਹੋਏ ਜਿਸ ਤਰ੍ਹਾਂ ਇਹਨਾਂ ਨੂੰ ਜੁੜਨਾ ਚਾਹੀਦਾ ਸੀ?
ਜਿਸ ਤਰ੍ਹਾਂ ਆਪਣੇ ਪਠਾਨ ਭਾਈ ਨੇ ਆਪਣੀ ਉਹ ਪਸ਼ਤੋ ਦੇ ਨਾਲ ਜੁੜੇ ਨੇ, ਸਿੰਧੀ ਨਾਲ ਜੁੜੇ ਨੇ, ਬਾਕੀ ਜਿਹੜੇ ਵੀ ਲੋਕ ਨੇ ਉਹ ਆਪਣੀ ਜ਼ੁਬਾਨ ਦੇ ਨਾਲ ਉਸੇ ਤਰ੍ਹਾਂ ਮੁਖਲਿਸ ਨੇ। ਤੁਹਾਨੂੰ ਲੱਗਦਾ ਪੰਜਾਬੀਆਂ ਨੇ ਸ਼ਾਇਦ ਆਪਣੀ ਜ਼ੁਬਾਨ ਨੂੰ ਉਸ ਤਰ੍ਹਾਂ ਔਨ ਨਹੀਂ ਕੀਤਾ? ਇਹ ਤੇ ਬਿਲਕੁਲ ਆਬਵੀਅਸ ਗੱਲ ਹੈ, ਇਹ ਤੇ ਇੱਕ ਸੱਚ ਹੈ ਜਿਹੜਾ ਕੋਈ ਵੀ ਡਿਨਾਈ ਨਹੀਂ ਕਰੇਗਾ। ਪੰਜਾਬੀਆਂ ਨੇ ਪੰਜਾਬੀ ਛੱਡ ਦਿੱਤੀ, ਪੰਜਾਬੀ ਪੜ੍ਹੀ ਲਿਖੀ ਪੰਜਾਬੀ ਜਿਹੜੀ ਹੈ ਕਲਾਸ ਉਹਨੇ ਛੱਡ ਦਿੱਤੀ। ਜਿਹੜੇ ਆਮ ਲੋਕ ਨੇ ਉਹ ਤੇ ਪੰਜਾਬੀ ਬੋਲ ਰਹੇ ਨੇ, ਉਹਨਾਂ ਨੇ ਤੇ ਨਹੀਂ ਛੱਡੀ। ਸੋ ਵਾਸਟ ਮੈਜੋਰਿਟੀ ਤੇ ਅਜੇ ਵੀ ਪੰਜਾਬੀ ਹੀ ਬੋਲ ਰਹੀ ਹੈ। ਲੇਕਿਨ ਕਿਉਂਕਿ ਜ਼ਾਹਿਰ ਹੈ ਜਿਹੜੇ ਐਲੀਟ ਨੇ ਉਹ ਕੰਟਰੋਲ ਤੇ ਉਹੀ ਕਰ ਰਹੇ ਨੇ, ਸਾਰੀਆਂ ਜਿਹੜੇ ਡਿਸੈਮੀਨੇਸ਼ਨ ਹੈ, ਸਾਰੀ ਇਨਫੋਰਮੇਸ਼ਨ ਦਾ ਕੰਟਰੋਲ ਤੇ ਪੜ੍ਹੇ ਲਿਖੀ ਤਬਕੇ ਦੇ ਹੱਥ 'ਚ ਹੀ ਹੈ ਨਾ, ਉਹਨਾਂ ਨੇ ਛੱਡ ਦਿੱਤੀ ਹੈ। ਕਿਉਂਕਿ ਜ਼ਾਹਿਰ ਹੈ ਇਹਦੀ ਇਹ ਪੂਰੀ ਪੋਲੀਟਿਕਸ ਹੈ, ਅੰਗਰੇਜ਼ਾਂ ਦਾ ਇਹਦੇ 'ਚ ਬਹੁਤ ਇੱਕ ਸੈਂਟਰਲ ਰੋਲ ਹੈ। ਕੌਨਸ਼ੀਅਸਲੀ ਉਹਨਾਂ ਨੇ ਉਰਦੂ ਇੱਥੇ ਇੰਪੋਜ਼ ਕੀਤੀ। ਸੋ ਉਹ ਇੱਕ ਕਲਾਸ ਇਸ਼ੂ ਹੈ, ਉਹਦੀ ਸਾਰੀ ਪੋਲੀਟਿਕਸ ਉਹੀ ਮੈਂ ਜੋ ਜ਼ਿਕਰ ਕਰ ਰਹੀ ਸਾਂ ਕਿ ਬੜੀ ਉਹ ਡਾਇਨਾਮਿਕ ਗਰੁੱਪ ਸੀ ਜਿਨ੍ਹਾਂ ਨੇ ਪੰਜਾਬੀ ਲੈਂਗੁਏਜ ਜਿਹੜੀ ਹੈ ਉਹਦੇ ਰਿਵਾਈਵਲ ਲਈ ਕੰਮ ਕੀਤਾ। ਔਰ ਨਜਮ ਸਾਹਿਬ ਦੀ ਸੰਗਤ ਵਿੱਚ ਜਿਹੜੇ ਲੋਕ ਆਉਂਦੇ ਸਨ, ਮੇਰੇ ਵਾਲਿਦ ਸਾਹਿਬ ਉਹਦੇ 'ਚ ਸ਼ਾਮਿਲ ਨੇ, ਕਿ ਜਿਹੜੇ ਇੰਨੇ ਮੁਤਾਸਿਰ ਹੋਏ ਉਹਨਾਂ ਲੋਕਾਂ ਨਾਲ ਕਿ ਉਹਨਾਂ ਨੇ ਕਦੀ ਜ਼ਿੰਦਗੀ 'ਚ ਇਸ ਤੋਂ ਪਹਿਲਾਂ ਪੰਜਾਬੀ 'ਚ ਲਿਖਿਆ ਨਹੀਂ ਸੀ। ਸੋ ਆਪਣੀ ਫੌਜ ਤੋਂ ਰਿਟਾਇਰਮੈਂਟ ਦੇ ਬਾਅਦ ਉਹ ਉਹਨਾਂ ਲੋਕਾਂ ਤੋਂ ਇੰਸਪਾਇਰ ਹੋ ਕੇ, ਖਾਸ ਤੌਰ 'ਤੇ ਨਜਮ ਸਾਹਿਬ ਦੀ ਅੰਡਰਸਟੈਂਡਿੰਗ ਤੋਂ ਇੰਸਪਾਇਰ ਹੋ ਕੇ, ਕਿ ਜੋ ਤੁਸੀਂ ਗੱਲ ਕਰ ਰਹੇ ਹੋ ਕਿ ਅਸੀਂ ਆਪਣੀ ਬੋਲੀ ਤੋਂ ਕਿਉਂ ਦੂਰ ਹੋ ਗਏ ਹਾਂ, ਔਰ ਅਸੀਂ ਇਹ ਕੀ ਕੀਤਾ ਹੈ, ਇਹ ਸਾਡੇ ਨਾਲ ਕੀ ਹੋਇਆ ਕੀ ਹੈ। ਇਹ ਸਵਾਲ ਜਿਹੜਾ ਹੈ ਹਿਲਾ ਦਿੱਤਾ, ਉਹਨੇ ਹਿਲਾ ਦਿੱਤਾ ਲੋਕਾਂ ਨੂੰ ਜਿਹੜੇ ਉਹਨਾਂ ਨਾਲ ਜੁੜੇ। ਤੇ ਮੇਰੇ ਵਾਲਿਦ ਸਾਹਿਬ ਨੂੰ ਤੇ ਉਹਨੇ ਬਿਲਕੁਲ ਕਹਿੰਦੇ ਨੇ ਕਿ ਮੇਰੀ ਤਾਂ ਜ਼ਿੰਦਗੀ ਬਦਲ ਗਈ ਉਹਦੇ ਬਾਅਦ। ਉਹ ਹਮੇਸ਼ਾ ਦੱਸਦੇ ਵੀ